तारीफ करें। एक बार जोर से तालियों के साथ ऊंची आवाज में बोले हालेलुया, ऊंची आवाज में हालेलुया। एक बार जोर से तालियों के साथ परमेश्वर का थैंक्स करें। सब बैठ जाओ अपने स्थानों के ऊपर। टेस्टिमनीज को, गवाहियों को पूरे ध्यान से सुने। कुछ ऐसे बड़े और अद्भुत काम जो खुदावन ने लोगों को इस जिंदगी में किए और खुद अपने मुंह से वो बयान कर रहे हैं, कैसी उनकी जिंदगियां थी और खुदावन ने कैसे परिवर्तन की, कैसे उनकी लाइफ में परमेश्वर ने मिरेकल किया, चंगाइयां दी, छुटकारे दिए। और टेस्टिमनीज आपके फेथ को, आपके विश्वास को बढ़ाती हैं। तो जब आप गवाहियों को सुने, अपना ध्यान परमेश्वर की ओर लगाते हुए, तो आइए इन वीडियो टेस्टिमनीज को हम देखते हैं और सुनते हैं। हालेलुया। परमेश्वर ने इस बहन की जिंदगी में बहुत ही बड़ा और अद्भुत काम किया और हमारा विश्वास है जब आप इस बहन की इस गवाही को सुनेंगे तो आप विश्वास करेंगे कि प्रभु यीशु मसीह आज भी जीवित परमेश्वर है और बड़े वो अद्भुत काम करते हैं। तो आइए इस बहन की इस मार्वलस टेस्टिमनी को हम देखते हैं। हालेलुया। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਹਰਜੀਤ ਹੈ। ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਔਰ ਮੈਂ ਆਪਣੇ ਜੀਵਨ ਦੀ ਵੱਡੀ ਗਵਾਹੀ ਦੇਣ ਜਾ ਰਹੀ ਹਾਂ। ਜੂਨ 2012 ਦੇ ਵਿੱਚ ਮੇਰੇ ਤੇ ਸ਼ੈਤਾਨੀ ਅਟੈਕ ਸ਼ੁਰੂ ਹੋਏ। ਮੈਨੂੰ ਸੁਪਨਿਆਂ ਵਿੱਚ ਮੁਰਦਾ ਲੋਕ, ਸੱਪ, ਜਾਨਵਰ, ਗੰਦਾ ਪਾਣੀ ਦਿਖਦਾ ਹੁੰਦਾ ਸੀ। ਇਹਦੇ ਨਾਲ ਮੈਨੂੰ ਦਬਾਅ ਵੀ ਪੈਂਦੇ ਹੁੰਦੇ ਸੀ ਤੇ ਮੈਨੂੰ ਐ ਲੱਗਣਾ ਮੇਰੇ ਸਰੀਰ ਦੇ ਉੱਪਰ ਦਬਾਅ ਪੈ ਰਿਹਾ, ਮੈਨੂੰ ਕੋਈ ਦਬਾ ਰਿਹਾ, ਮੇਰਾ ਗਲਾ ਦਬਾ ਰਿਹਾ ਤੇ ਮੈਂ ਆਪਣੇ ਫੈਮਿਲੀ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕਰਨੀ। ਮੈਨੂੰ ਐ ਲੱਗਣਾ ਕੋਈ ਮਤਲਬ ਪਤਾ ਹੁੰਦਾ ਕਿ ਲਾਗੇ ਕੋਈ ਹੈਗਾ ਪਰ ਆਵਾਜ਼ ਨਹੀਂ ਨਿਕਲ ਦਿੰਦੀ। ਕਈ ਵਾਰੀ ਤਾਂ ਇੰਝ ਹੁੰਦਾ ਹੀ ਮੇਰੀ ਫੈਮਿਲੀ, ਮੇਰੇ ਬੱਚੇ ਪਏ ਹੋਣ ਮੇਰੇ ਨਾਲ, ਮੈਨੂੰ ਤਬ ਵੀ ਇੱਦਾਂ ਹੀ ਮੈਨੂੰ ਅਟੈਕ ਹੋਣੇ। ਮੈਂ ਆਵਾਜ਼ ਦੇਣ ਦੀ ਕੋਸ਼ਿਸ਼ ਕਰਨੀ, ਆਪਣੇ ਲੱਤਾਂ ਬਾਹਾਂ ਹਿਲਾਉਣੀਆਂ, ਪਰ ਮੇਰੀ ਆਵਾਜ਼ ਨਹੀਂ ਕਿਸੇ ਨੂੰ ਵੀ ਪਤਾ, ਮਤਲਬ ਆਵਾਜ਼ ਨਹੀਂ ਜਾਂਦੀ ਹੁੰਦੀ ਕਿਸੇ ਤੱਕ। ਮੈਂ ਨਾ ਜਦੋਂ ਰਾਤ ਵਾਸ਼ਰੂਮ ਵਗੈਰਾ ਜਾਣਾ ਤੇ ਮੈਂ ਇਕੱਲੀ ਵਾਸ਼ਰੂਮ ਵੀ ਨਹੀਂ ਜਾ ਸਕਦੀ। ਮੈਂ ਆਪਣੇ ਹਸਬੈਂਡ ਨੂੰ ਉਠਾਉਣਾ ਕਿ ਮੇਰੇ ਨਾਲ ਚੱਲੋ। ਮੈਨੂੰ ਐ ਲੱਗਣਾ ਜਿੱਥੇ ਜਿੱਥੇ ਮੈਂ ਜਾਣਾ ਐ ਲੱਗਣਾ ਮੇਰੇ ਨਾਲ ਨਾਲ ਕਾਲਾ ਸਾਇਆ ਜਾ ਰਿਹਾ ਵਾ। ਤੇ ਮੈਂ ਜਦੋਂ ਕਿਸੇ ਨੂੰ ਵੀ ਦੱਸਣਾ ਇੱਦਾਂ, ਹਸਬੈਂਡ ਨੂੰ, ਆਪਣੇ ਨੂੰ, ਸਾਰਿਆਂ ਨੂੰ ਦੱਸਣਾ, ਸਾਰੇ ਬੜੇ ਪਰੇਸ਼ਾਨ ਹੋਣਾ ਸਾਰਿਆਂ ਨੇ। ਜਦੋਂ ਮੈਂ ਸਵੇਰੇ ਉੱਠਦੀ ਸੀ ਤੇ ਮੇਰੇ ਸਰੀਰ ਦੇ ਉੱਤੇ ਜਦੋਂ ਦਾਗ ਪਏ ਹੋਣੇ, ਨੀਲ ਪਏ ਹੋਣੇ ਤੇ ਮੈਨੂੰ ਸਵੇਰੇ ਉੱਠ ਕੇ ਕੰਮ ਕਰਨ ਦਾ ਮਨ ਨਾ ਹੋਣਾ, ਮੈਨੂੰ ਬਹੁਤ ਥਕਾਵਟ ਮਹਿਸੂਸ ਹੋਣੀ। ਮੈਨੂੰ ਦਿਨੇ ਵੀ ਦੁਸ਼ਟ ਆਤਮਾ ਖੁੱਲੀਆਂ ਅੱਖਾਂ ਦੇ ਨਾਲ ਦਿਖਣਾ। ਮੈਂ ਕੋਈ ਵੀ ਕੰਮ ਕਰਨਾ ਤੇ ਮੈਂ ਡਰੀ ਡਰੀ ਰਹਿਣਾ ਤੇ ਦੁਸ਼ਟ ਆਤਮਾ ਇਹ ਨਹੀਂ ਹੁੰਦਾ ਕਿ ਦੁਪਹਿਰੇ ਵੀ ਮੈਨੂੰ ਇਸੇ ਤਰ੍ਹਾਂ, ਜੇ ਅਗਰ ਦੁਪਹਿਰੇ ਮੈਂ ਸੌਣਾ ਤਾਂ ਵੀ ਮੈਨੂੰ ਇਸੇ ਤਰ੍ਹਾਂ ਦੁਸ਼ਟ ਆਤਮਾ ਦਿਖਣੀਆਂ, ਆਵਾਜ਼ਾਂ ਸੁਣਨੀਆਂ, ਇੰਝ ਆਵਾਜ਼ ਸੁਣਨੀ ਕਿ ਜਿਸ ਤਰ੍ਹਾਂ ਅੰਦਰ ਕੋਈ ਆ ਰਿਹਾ। ਫਿਰ ਮੇਰੇ ਇੱਕਦਮ ਅੱਖਾਂ ਬੰਦ ਹੋ ਜਾਣੀਆਂ। ਇਸ ਤਰ੍ਹਾਂ ਅਟੈਕ ਹੋਣਾ ਜਦ ਮੇਰੇ ਤੇ ਫਿਰ ਉਹਨੇ ਮੈਨੂੰ ਦਬਾ ਲੈਣਾ, ਮੇਰੇ ਹੱਥ ਪੈਰ ਮੁੜ ਜਾਣੇ। ਜਦੋਂ ਮੈਨੂੰ ਇੱਦਾਂ ਹੋਣਾ, ਅਟੈਕ ਹੋਣੇ, ਮੈਂ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜ ਪਾਉਣਾ, ਘਰ ਦਾ ਕੰਮ ਨਾ ਕਰ ਪਾਉਣਾ, ਕਿ ਮੇਰੀ ਬੋਡੀ ਬਹੁਤ ਵੀਕ ਰਹਿਣਾ, ਥਕਾਵਟ ਮਹਿਸੂਸ ਹੋਣੀ, ਇੰਨੀ ਸਰੀਰ ਮੇਰਾ ਮਿੱਟੀ ਰਹਿਣਾ ਹੁਣ। ਜਿੱਦਾਂ ਮੈਂ ਡਾਕਟਰਾਂ ਦੇ ਰਾਹੀਂ ਕਦੀ ਕਿਸੇ ਨੂੰ ਕਹਿਣਾ ਮੈਨੂੰ ਇੱਦਾਂ ਹੁੰਦਾ, ਬੀਪੀ ਦੀ ਪ੍ਰੋਬਲਮ ਰਹਿਣ ਡੈ ਵੀ, ਮੇਰੀ ਲੱਤਾਂ ਦੇ ਵਿੱਚ ਆਸਰਾ ਨਹੀਂ ਹੁੰਦਾ ਸੀ, ਤੁਰਿਆ ਫਿਰਿਆ ਨਹੀਂ ਜਾਂਦਾ ਹੁੰਦਾ ਸੀ, ਕੋਈ ਕੰਮ ਨਹੀਂ ਸੀ ਮੈਂ ਕਰ ਸਕਦੀ ਘਰ ਦਾ। ਕੀ ਖਾਣਾ ਪੀਣਾ ਆਪਣੇ ਬੱਚਿਆਂ ਨੂੰ ਬਣਾ ਕੇ ਦੇਣ ਜੋਗੀ ਨਹੀਂ ਹੈਗੀ। ਮੇਰਾ ਇੰਨਾ ਬੁਰਾ ਹਾਲ ਹੋ ਚੁੱਕਾ ਸੀਗਾ। ਇਹਦੇ ਕਾਰਨ ਮੇਰੇ ਸੁਭਾਅ ਦੇ ਵਿੱਚ ਵੀ ਚਿੜਚਿੜਾਪਨ ਆਉਣ ਡੈ ਪਿਆ। ਮੈਂ ਆਪਣੇ ਘਰ ਦੇ ਵਿੱਚ ਬਹੁਤ ਲੜਨਾ, ਆਪਣੇ ਫੈਮਿਲੀ ਦੇ ਨਾਲ, ਆਪਣੀ ਦਰਾਣੀ ਨਾਲ, ਆਪਣੀ ਸੱਸ ਨਾਲ ਬਹੁਤ ਲੜਨਾ।
ਮੈਨੂੰ ਇੰਨਾ ਗੁੱਸਾ ਆਉਂਦਾ ਹੁੰਦਾ ਸੀ ਕਿ ਮੈਨੂੰ ਮਤਲਬ ਕੋਈ ਡਰਦਾ ਛੇੜਦਾ ਨਹੀਂ ਹੁੰਦਾ ਸੀ ਕਿ ਇਹਨੂੰ ਨਹੀਂ ਛੇੜਨਾ, ਇਹਨੂੰ ਇੰਨੇ ਮੁੜ ਕੇ ਸੰਭਾਲੀ ਨਹੀਂ ਜਾਣਾ, ਇੰਨਾ ਮੈਨੂੰ ਗੁੱਸਾ ਆਉਂਦਾ ਹੁੰਦਾ ਸੀ ਨਾ। ਜਦੋਂ ਮੇਰੀ ਲੜਾਈ ਹੋਣੀ, ਮੈਂ ਆਪਣੇ ਘਰੋਂ ਭੱਜ ਜਾਣਾ, ਇਦਾਂ ਮੈਂ ਕਹਿਣਾ ਮੈਂ ਆਪਣੇ ਪੇਕੇ ਚੱਲੀ ਆ, ਮੈਂ ਨਹੀਂ ਇੱਥੇ ਰਹਿਣਾ, ਤੇਰੇ ਨਾਲ ਨਹੀਂ ਰਹਿਣਾ। ਆਪਣੇ ਹਸਬੈਂਡ ਨੂੰ ਕਹਿਣਾ ਕਿ ਮੈਂ ਨਹੀਂ ਇਸ ਫੈਮਿਲੀ ਦੇ ਵਿੱਚ ਰਹਿਣਾ, ਮੈਂ ਰਹਿਣਾ ਹੀ ਨਹੀਂ ਇੱਦਾਂ। ਮੈਂ ਕੋਈ ਗੱਲ ਹੀ ਕਰੀ ਜਾਣੀ ਬਾਰ-ਬਾਰ, ਤੇ ਮੇਰੇ ਹਸਬੈਂਡ ਨੇ ਮੈਨੂੰ ਲੈ ਕੇ ਆਉਣਾ, ਫਿਰ ਪਿਆਰ ਨਾਲ ਸਮਝਾਉਣਾ, ਪਰ ਮੇਰਾ ਗੁੱਸਾ ਜਿਹੜਾ ਸੀ ਮੇਰਾ ਕੰਟਰੋਲ ਨਹੀਂ ਹੁੰਦਾ ਹੁੰਦਾ ਸੀ, ਇੰਨਾ ਗੁੱਸਾ ਮੈਨੂੰ ਆਉਂਦਾ ਹੁੰਦਾ ਸੀ। ਬਸ ਬੱਚਿਆਂ ਨੂੰ ਇੰਨਾ ਮਾਰਨਾ ਕੁੱਟਣਾ, ਕਦੀ ਹਸਬੈਂਡ ਨੂੰ ਵੀ ਆਪਣੇ ਨੂੰ ਮੈਂ ਇਸ ਤਰ੍ਹਾਂ ਧੱਕੇ ਮਾਰਨੇ ਕਿ ਮੈਨੂੰ ਛੱਡ ਦੇ, ਮੈਂ ਨਹੀਂ ਇੱਥੇ ਰਹਿਣਾ, ਮੈਂ ਤੁਹਾਡੇ ਕੋਲ ਇੱਥੇ ਨਹੀਂ ਰਹਿਣਾ ਹੈਗਾ। ਤੇ ਮੈਂ ਆਪਣੇ ਬੱਚਿਆਂ ਨੂੰ ਮੈਂ ਆਪਣੇ ਨਾਲ ਲੈ ਜਾਣਾ, ਮੈਂ ਉੱਥੇ ਹੀ ਰਹਿਣਾ ਵਾ, ਇਕੱਲੀ ਨੇ, ਮੈਂ ਤੇਰੇ ਨਾਲ ਰਹਿਣਾ ਨਹੀਂ। ਮੈਰਿਜ ਲਾਈਫ ਮੇਰੀ ਬਹੁਤ ਪਰੇਸ਼ਾਨ ਅਸੀਂ ਹੋ ਚੁੱਕੇ, ਡਿਸਟਰਬ ਹੋ ਚੁੱਕੀ ਸੀ। ਮੇਰੇ ਹਸਬੈਂਡ ਜਦੋਂ ਮੈਨੂੰ ਰਾਤ ਇਸ ਤਰ੍ਹਾਂ ਲੜਾਈ ਝਗੜਾ ਮੈਂ ਕਰਨਾ, ਜਾਂ ਮੇਰੇ ਤੇ ਅਟੈਕ ਹੋਣੇ, ਜਾਂ ਮੈਨੂੰ ਖੇਡ ਆਉਣੀ, ਮੇਰੇ ਹਸਬੈਂਡ ਨੇ ਬਾਅਦ ਵਿੱਚ ਮੈਨੂੰ ਸਾਰੀ ਰਾਤ ਸੌਂਦੇ ਨਹੀਂ ਹੁੰਦੇ, ਮੇਰੇ ਸਰਾਣੇ ਮੇਰੇ ਵੱਲ ਦੇਖਦੇ ਰਹਿਣਾ। ਫਿਰ ਜਦੋਂ ਮੈਂ ਦਿਨੇ ਉੱਠਣਾ ਨਾ ਕਹਿਣਾ ਮੈਂ ਸਾਰੀ ਰਾਤ ਨਹੀਂ ਸੁੱਤਾ, ਮੈਂ ਤੇਰੇ ਵੱਲ ਹੀ ਦੇਖਦਾ ਰਿਹਾ ਕਿ ਤੂੰ ਫਿਰ ਤੋਂ ਉੱਠ ਕੇ ਬਾਹਰ ਨਾ ਭੱਜ ਜੇ, ਕਿ ਤੈਨੂੰ ਫਿਰ ਨਾ ਕੁਛ ਹੋਵੇ। ਮੈਂ ਸਾਰੀ ਰਾਤ ਤੇਰੇ ਸਰਾਣੇ ਇੱਦਾਂ ਹੀ ਬੈਠਾ ਰਿਹਾ, ਸਾਰੀ ਰਾਤ ਤੈਨੂੰ ਦੇਖਦਾ ਰਿਹਾ। ਜਦੋਂ ਸਵੇਰੇ ਉੱਠ ਕੇ ਉਹਨਾਂ ਨੇ ਦੱਸਣਾ ਮੈਨੂੰ, ਮੇਰਾ ਬੜਾ ਮਨ ਦੁਖੀ ਹੋਣਾ ਕਿ ਤੁਸੀਂ ਇੱਦਾਂ ਕਿਉਂ, ਮਤਲਬ ਸਾਰੀ ਰਾਤ ਬੰਦੇ ਨੇ ਸਾਰਾ ਦਿਨ ਕੰਮ ਕਰਨਾ ਹੁੰਦਾ, ਫਿਰ ਮੈਨੂੰ ਸੰਭਾਲਣਾ ਸਾਰੀ ਰਾਤ, ਦਿਨੇ ਵਿਚਾਰਿਆਂ ਨੇ ਕੰਮ ਤੇ ਵੀ ਜਾਣਾ, ਤੇ ਮੇਰਾ ਬੜਾ ਮਨ ਪਰੇਸ਼ਾਨ ਹੋਣਾ। ਮੈਂ ਬੜੀ ਦੁਖੀ ਹੋ ਚੁੱਕੀ ਕਿ ਮੈਂ ਕੀ ਕਰਾਂ। ਵੀ ਮੈਂ ਮੇਰੀ ਫੈਮਿਲੀ, ਮੇਰੇ ਹਸਬੈਂਡ ਮੈਨੂੰ ਬਹੁਤ ਅਨੇ ਜਗ੍ਹਾ ਤੇ ਵੀ ਲੈ ਕੇ ਗਏ, ਪਰ ਇਹ ਅਟੈਕ ਮੇਰੇ ਹਟੇ ਨਹੀਂ, ਹੋਰ ਜ਼ਿਆਦਾ ਬਲਕਿ ਵੱਧਦੇ ਹੀ ਗਏ। ਇਹਦੀ ਵਜ੍ਹਾ ਦੇ ਨਾਲ ਮੈਂ ਡਿਪਰੈਸ਼ਨ 'ਚ ਚਲੇ ਗਈ, ਔਰ ਮੈਂ ਇਕੱਲੀ ਰਹਿਣਾ, ਕਿਸੇ ਦੇ ਨਾਲ ਗੱਲ ਨਾ ਕਰਨੀ, ਪਰੇਸ਼ਾਨ ਰਹਿਣਾ, ਇਕੱਲੀ ਰੂਮ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਰਹਿਣਾ, ਕਿਸੇ ਦੇ ਨਾਲ ਗੱਲਬਾਤ ਨਾ ਕਰਨੀ, ਤੇ ਆਪਣੇ ਆਪ ਨੂੰ ਮੈਂ ਇਕੱਲੀ ਰੱਖਣਾ। ਮੈਂ ਕਹਿਣਾ ਮੇਰੇ ਲਾਗੇ ਨਾ ਕੋਈ ਆਏ, ਕਿਸੇ ਨਾਲ ਗੱਲ ਕਰਨਾ ਮੈਂ ਪਸੰਦ ਨਹੀਂ ਕਰਦੀ ਹੁੰਦੀ ਹਾਂ। ਮੇਰੀ ਹਾਲਤ ਵੇਖ ਕੇ ਮੇਰੀ ਦਰਾਣੀ ਨੇ ਮੈਨੂੰ ਕਿਹਾ ਕਿ ਤੁਸੀਂ ਦੀਦੀ ਚਰਚ ਚਲੋ, ਖਾਮੜਾ ਚਰਚ ਚਲੋ, ਉੱਥੇ ਪਰਮੇਸ਼ਰ ਬਹੁਤ ਵੱਡੇ ਕੰਮ ਕਰਦਾ ਹੈ ਔਰ ਸ਼ੈਤਾਨੀ ਬੰਧਨਾਂ ਨੂੰ ਤੋੜਦਾ ਹੈ। ਜਦੋਂ ਮੈਂ ਪਹਿਲੀ ਵਾਰੀ ਖਾਮੜਾ ਚਰਚ ਆਈ ਤੇ ਮੈਂ ਇੱਥੇ ਬਹੁਤ ਲੋਕ ਵਰਸ਼ਿਪ ਕਰ ਰਹੇ ਸੀ। ਜਦੋਂ ਮੈਂ ਗਵਾਹੀਆਂ ਨੂੰ ਸੁਣਿਆ ਤੇ ਮੈਂ ਇਹਨਾਂ ਲੋਕਾਂ ਨੂੰ ਜਦੋਂ ਮੈਂ ਦੇਖਿਆ ਕਿ ਲੋਕ ਗਵਾਹੀਆਂ ਦੇ ਰਹੇ ਪਰਮੇਸ਼ਰ ਦੀਆਂ, ਤੇ ਮੈਨੂੰ ਵੀ ਵਿਸ਼ਵਾਸ ਹੋਇਆ ਕਿ ਮੈਨੂੰ ਵੀ ਪਰਮੇਸ਼ਰ ਜ਼ਰੂਰ ਆਜ਼ਾਦ ਕਰਨਗੇ। ਫਿਰ ਮੈਂ ਲਗਾਤਾਰ ਚਰਚ ਆਉਣਾ ਸ਼ੁਰੂ ਕੀਤਾ, ਤੇ ਥਰਸਡੇ ਔਰ ਸੰਡੇ ਦੀ ਮੀਟਿੰਗ ਨੂੰ ਅਟੈਂਡ ਕਰਨਾ ਸ਼ੁਰੂ ਕੀਤਾ। ਤੇ ਹੌਲੀ ਹੌਲੀ ਮੇਰੀ ਜ਼ਿੰਦਗੀ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ। 2 ਦਸੰਬਰ 2021 ਨੂੰ ਮੈਂ ਖਾਮੜਾ ਚਰਚ ਦੇ ਵਿੱਚ ਆਈ। ਉਸ ਦਿਨ ਪ੍ਰਭੂ ਦੇ ਦਾਸ ਨੇ ਫਾਇਰ ਪ੍ਰੇ ਕੀਤੀ, ਉਸ ਨੂੰ ਮੈਂ ਰਿਸੀਵ ਕੀਤਾ। सब तरह की दुष्ट आत्माएं तुम्हारी जिंदगी को छोड़ के चली जाएं यीशु मसीह के नाम में। मैं देख रहा हूं वॉमिटिंग्स करते हुए, मैं देख रहा हूं दुष्ट आत्मा को निकलते हुए। जब मैं प्रेयर रिसीव की, मैनू पवित्र आत्मा ने छुया, ते जदों मैनू प्रभु दी आत्मा ने छुया ਤੇ ਮੈਨੂੰ ਐ ਹਲਕਾ ਫੀਲ ਹੋਇਆ, ਮੇਰੀ ਬੋਡੀ ਦੇ ਵਿੱਚੋਂ ਐ ਮੈਨੂੰ ਲੱਗਾ ਕੋਈ ਚੀਜ਼ ਨਿਕਲ ਕੇ ਗਈ। ਉਸ ਪ੍ਰੇ ਤੋਂ ਬਾਅਦ ਜਦ ਮੈਂ ਘਰ ਗਈ, ਜਦ ਮੈਂ ਰਾਤ ਨੂੰ ਸੁੱਤੀ, ਮੈਨੂੰ ਸੁਪਨਿਆਂ ਦੇ ਵਿੱਚ ਕੋਈ ਡਰ ਨਹੀਂ ਲੱਗਾ, ਕੋਈ ਜਾਨਵਰ ਨਹੀਂ ਦਿਖਿਆ, ਕੋਈ ਗੰਦਾ ਪਾਣੀ ਨਹੀਂ ਦਿਖਿਆ, ਕੋਈ ਡਰ ਨਹੀਂ ਲੱਗਾ ਮੈਨੂੰ। ਰਾਤ ਚੈਨ ਦੀ ਨੀਂਦੇ ਸੁੱਤੀ ਮੈਂ। ਹੁਣ ਮੈਨੂੰ ਕੋਈ ਵੀ ਗੁੱਸਾ ਨਹੀਂ ਹੁੰਦਾ। ਮੈਂ ਆਪਣੇ ਹਸਬੈਂਡ ਦੇ ਨਾਲ ਬਹੁਤ ਖੁਸ਼ ਹਾਂ, ਆਪਣੇ ਬੱਚਿਆਂ ਦੇ ਨਾਲ ਬਹੁਤ ਖੁਸ਼ ਹਾਂ। ਉਹਨਾਂ ਨੂੰ ਸਕੂਲ ਭੇਜਦੀ ਹਾਂ, ਉਹਨਾਂ ਦੇ ਸਾਰੇ ਕੰਮ ਕਰਦੇ ਆਪਣੇ ਮੈਂ ਕਰਦੀ ਹਾਂ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦੀ ਹਾਂ, ਉਹਨਾਂ ਨੂੰ ਸਕੂਲ ਭੇਜਦੀ ਹਾਂ। ਜਿਹੜੇ ਲੋਕ ਮੇਰੀ ਪਹਿਲਾਂ ਹਾਲਤ ਨੂੰ ਵੇਖਦੇ ਸੀ, ਉਹ ਹੁਣ ਮੈਨੂੰ ਪੁੱਛਦੇ ਕਿ ਤੈਨੂੰ ਕਿੱਦਾਂ ਛੁਟਕਾਰਾ ਮਿਲਿਆ, ਤੇ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਮੈਨੂੰ ਪ੍ਰਭੂ ਯੀਸ਼ੂ ਨੇ ਛੁਟਕਾਰਾ ਦਿੱਤਾ। ਜਿਨ੍ਹਾਂ ਲੋਕਾਂ ਤੇ ਅੱਜ ਵੀ ਸ਼ੈਤਾਨੀ ਅਟੈਕ ਹੁੰਦੇ ਆ, ਮੈਂ ਇਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪ੍ਰਭੂ ਯੀਸ਼ੂ ਦੇ ਨਾਲ ਜੁੜੋ, ਕਿ ਪ੍ਰਭੂ ਵੱਡੇ ਕੰਮ ਕਰਦਾ ਹੈ, ਪਰਮੇਸ਼ਰ ਵੱਡੇ ਕੰਮ ਕਰਦਾ ਹੈ, ਛੁਟਕਾਰਾ ਦੇਣ ਦੀ ਸਾਮਰਥੀ ਰੱਖਦਾ ਹੈ। ਤੁਸੀਂ ਜੀਵਿਤ ਚਰਚ ਦਾ ਹਿੱਸਾ ਬਣੋ, ਔਰ ਜਿੱਦਾਂ ਮੈਨੂੰ ਛੁਟਕਾਰਾ ਦਿੱਤਾ ਤੁਹਾਨੂੰ ਵੀ ਜ਼ਰੂਰ ਛੁਟਕਾਰਾ ਦੇਗਾ। ਇਸ ਵੱਡੇ ਛੁਟਕਾਰੇ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਦੇ ਦਾਸ ਦਾਸੀ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। आज बहुत सारा यूथ जो नशों के कारण अपने जीवन को खराब कर चुके हैं और उन चीजों से वो कभी बाहर नहीं निकल पा रहे थे, जिसकी वजह से अपनी जिंदगी में हमेशा निराशा को, हमेशा उदासी को देखते थे। पर जब आप परमेश्वर की जीवित हजूरी में आते हैं तो परमेश्वर आपको नशों से, उन पाप से आजाद करता है जिनसे आप अपनी ताकत से नहीं निकल पाते।
इसी तरह से इस भाई की गवाही को आप सुनेंगे कि परमेश्वर ने कैसे अद्भुत रीति के साथ इनकी जिंदगी में छुटकारा दिया। तो आइए इस भाई की इस अद्भुत गवाही को हम सुनते हैं। हालेलुया, सभी को जय मसीह की। मेरा नाम आर्यन है और मैं दिल्ली का रहने वाला हूँ। आज मैं अपने जीवन की सबसे बड़ी गवाही को देने जा रहा हूँ। 2019 की बात है, जब मैं 8th क्लास में था तो मेरी संगति मेरी से बड़ी उम्र के लड़कों के साथ थी जो कि नशा करते थे, स्कूल में भी और बाहर भी। और मैं उन लड़कों के साथ जब घूमता था तो वो लड़के बियर पीते थे, दारू शराब पीते थे, तो वो मुझसे भी कहते थे कि आप भी पी के देखो अच्छा लगेगा, या तू भी पी के देख अच्छा लगेगा। तो मैं पहले मना कर देता था, लेकिन फिर बाद में मैंने सोचा कि चलो ट्राई करके देखते हैं, एक बार में कुछ नहीं होता। जब मैंने पहली बार बियर का नशा किया तो वो मुझे बहुत अच्छा लगा और फिर हम एक दो दिन छोड़ के नशा करते रहे। तो मैं भी उनके साथ नशा करता था। फिर मैंने इसके साथ साथ शराब का भी नशा करना शुरू कर दिया था। उन्हीं लड़कों के साथ मैं घूमता था और उन्हीं के साथ मैं शराब पीता था। मेरी संगति बहुत ख़राब थी। जब मैं उन लड़कों के साथ घूमता था तो गालियाँ देते थे वो लोग सबको, राह चलतों को। तो मैं भी गाली देता था सबको, चाहे वो कोई भी हो, बड़ी उम्र का हो, छोटी उम्र का हो, लेडीज़ हो, जेंट्स हो, हम कुछ नहीं देखते थे, खाली बस हम अपनी धुन में रहते थे। जब मैं उन लड़कों के साथ घूमता था तो हम बाहर लड़ाई झगड़ा करते थे और मारपीट करते थे। बेशक वो कोई भी हो, बड़ी उम्र का हो, छोटी उम्र का हो, हम खाली बस ये देखते थे कि हमें मारना है। हम उनकी उम्र का भी लिहाज नहीं करते थे, चाहे वो हमें अच्छा समझा रहे हो या बुरा समझा रहे हो। ऐसे ही कर के मेरा पढ़ाई में भी मन हटता गया और मेरे 10th क्लास में 46% आई थी बस। जब मैं उन लड़कों के साथ घूमता था तो मेरा लाइफस्टाइल यही बन गया था कि मुझे बस उनके साथ घूमना है और उनके जैसा बनना है। जब हम स्कूल जाते थे तो हमारे स्कूल के रास्ते में एक पार्क पड़ता है, उसमें हमने जंजीरें और साइकिल की चैन और ब्लेड्स वगैरह छिपा के रखे हुए थे ताकि किसी को पता ना चले, और हम वहाँ से ले जाके स्कूल के अंदर ले जाते थे। जो भी हमसे कुछ बोलता था तो हम उन्हीं से लड़ाई झगड़ा करते थे, उन्हीं से मारपीट करते थे। और मैं बॉक्सिंग करता था और उसमें लोग हमारे ऊपर पैसे लगाते थे। जब मैं लोगों के साथ मारपीट करता था, गाली गलौज करता था, तो लोग मेरे ऊपर पुलिस में कंप्लेंट कर देते थे कि ये लड़का ऐसे ऐसे हमें गाली दे रहा है, मारपीट कर रहा है। और इसी तरह मेरे ऊपर 5 पुलिस केस भी हुए थे। जब लोग हमें धमकियाँ देते थे कि हम तुम्हें पुलिस में पकड़वा देंगे या तुम्हारे घर में बता देंगे, तो हम उन लोगों को धमकी देते थे कि हम तुम्हारे बच्चों को किडनैप कर लेंगे, तुम्हें किडनैप कर लेंगे। जब मुझे पुलिस पकड़ के ले जाती थी तो मैं रिक्वेस्ट करके वहाँ से छूट जाता था और फिर दोबारा मेरा हाल वही हो जाता था, वही गैंगस्टर वाला, वही लड़ाई झगड़ा, वही गाली गलौज। इसी के चलते चलते मैं चिंता में डूब गया था कि मैं अकेला लड़का हूँ, घर में क्या करूँगा। सब लोग मेरे मम्मी पापा को कहते हैं कि तुम्हारा अकेला लड़का है, क्या करेगा, अभी तो ये पढ़ रहा है, आगे क्या करेगा। मेरी लाइफ पूरी डिप्रेशन में चली गई थी और एक बार मैंने छत से कूदने की कोशिश करी और एक बार मैंने अपने आप को गाड़ी के नीचे लाने की कोशिश करी, लेकिन मैं बच गया था। इस दौरान मेरी फैमिली का विश्वास परमेश्वर पर था क्योंकि वो पहले से ही अंकुर मिनिस्ट्रीज के साथ जुड़ी हुई थी। मैं अपनी फैमिली के साथ चर्च तो आता था, लेकिन बस मैं दिखावे के लिए आता था कि मेरी फैमिली मुझे कुछ कहे ना और मुझे कहीं जाने से ना रोके। फिर मैंने लगातार दिल्ली बुराड़ी ब्रांच में जाना शुरू किया। जब भी परमेश्वर के दास प्रेयर करते थे तो मैं अपने लिए रिसीव करता था। फिर 21 सितंबर 2025 को मैं दिल्ली बुराड़ी ब्रांच में था। परमेश्वर के दास ने प्रेयर करी थी, उसको मैंने अपने लिए रिसीव किया। आज से एक बड़ा बदलाव आपकी लाइफ के ऊपर होगा। मैं आपको मसा करता हूं इन जीसस ने। मैं परमेश्वर की रोशनी में चलूंगा। जितनी गले में आवाज है उस आवाज से बोलो, कुछ भी अंधेरा ना होगा आज से मेरी लाइफ में इन जीसस ने। ऊंची आवाज में बोलो फिर, कुछ भी अंधेरा ना होगा इन जीसस ने। उस प्रेयर को रिसीव करने के बाद प्रभु के आत्मा ने मुझे छुआ और मुझे पॉजिटिव वाइब आई और मुझे बहुत अच्छा फील हुआ। मुझे बहुत खुशी सी फील हुई अंदर से। उस दिन जब मैं घर गया फिर मैं अच्छे से सोया, अच्छे से मैंने सबसे बात करी और मैं उसके बाद से कोई लड़ाई झगड़ा नहीं करा। उसके बाद से मैंने कोई नशा नहीं करा, कोई लड़ाई झगड़ा नहीं करा, किसी के साथ भी मारपीट नहीं करी। अब मैं उस लड़ाई झगड़े से, उस नशे से, उस डिप्रेशन से, उस चिंता से बिल्कुल अच्छे से आज़ाद हूँ। अब मैंने अपने पापों से तौबा कर ली है और प्रभु को अपना जीवन दे दिया है और अब मैं इवेंजलिज्म पे भी जाता हूँ और परमेश्वर का सुसमाचार दूसरों को भी बताता हूँ कि परमेश्वर ने मेरी लाइफ को आज़ाद किया, आपकी लाइफ को भी आज़ाद करेगा। अब मैं बाइबल भी पढ़ता हूँ
हूँ, प्रेयर भी करता हूँ और अच्छे से फैमिली के साथ टाइम स्पेंड भी करता हूँ। और अब मैं दोस्तों के साथ बिल्कुल भी नहीं घूमता। अब मेरी फैमिली भी मुझसे खुश है। जो लोग आज भी नशों में पापों में है, मैं उनसे यही कहना चाहता हूँ कि आप परमेश्वर की शरण में आइए, तो परमेश्वर आपको आज़ाद करने की सामर्थ्य रखता है। जैसे परमेश्वर ने मुझे आज़ाद किया, वैसे ही परमेश्वर आपको भी आज़ाद करेगा और परमेश्वर हर एक उस दलदल से आपको निकालेगा जिससे आप निकलना चाहते हैं। इस बड़े छुटकारे और नई ज़िंदगी के लिए मैं परमेश्वर का धन्यवाद करता हूँ। परमेश्वर के दास और दासी का भी मैं धन्यवाद करता हूँ। सभी को जय मसीह की। जैसे कि परमेश्वर के वचन में लिखा है, यशाया 41 उसकी 10 आयत में, मत डर क्योंकि मैं तेरे संग हूँ, इधर उधर मत ताक क्योंकि मैं तेरा परमेश्वर हूँ। मैं तुझे दृढ़ करूंगा और तेरी सहायता करूंगा, अपने धर्ममय दाहिने हाथ से मैं तुझे संभाले रहूंगा। हालेलुया। परमेश्वर ने ये वचन इस बहन की जिंदगी में पूरा किया, क्योंकि ये परिवार बहुत ज्यादा शर्मिंदगी और निराशा के नीचे था और ये बहन अंदर से पूरी तरह से टूट चुके थे। ਮੇਰੀ ਪ੍ਰੈਗਨੈਂਸੀ ਦਾ ਪਹਿਲਾ ਮਹੀਨਾ ਵਧੀਆ ਗਿਆ। ਫਿਰ ਮੈਨੂੰ ਡ੍ਰੀਮ ਆਇਆ। ਡ੍ਰੀਮ ਦੇ ਵਿੱਚ ਮੈਨੂੰ ਬਲੱਡ ਦਿਖਾਈ ਦਿੱਤਾ ਤਾਂ ਮੈਂ ਸਵੇਰ ਉੱਠ ਕੇ ਦੇਖਿਆ ਤਾਂ ਸੱਚਮੁੱਚ ਮੈਨੂੰ ਬਲੀਡਿੰਗ ਹੋਈ ਸੀ। ਫਿਰ ਅਸੀਂ ਡਾਕਟਰ ਦੇ ਕੋਲ ਗਏ ਤਾਂ ਉਹਨਾਂ ਨੇ ਆਖਿਆ ਕਿ ਤੁਹਾਡਾ ਮਿਸਕੈਰੇਜ ਹੋ ਗਿਆ ਹੈ। ਤਾਂ ਫਿਰ ਅਸੀਂ ਡਾਕਟਰ ਕੋਲੋਂ ਮਿਸਕੈਰੇਜ ਦਾ ਕਾਰਨ ਪੁੱਛਿਆ। ਉਹਨਾਂ ਨੇ ਆਖਿਆ ਕਿ ਤੁਹਾਡੇ ਯੂਟਰਸ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਹੈ। ਡਾਕਟਰ ਨੇ ਮੈਨੂੰ ਲਗਾਤਾਰ ਮੈਡੀਸਿਨ ਖਾਣ ਲਈ ਬੋਲਿਆ। ਮੈਂ ਲਗਾਤਾਰ ਮੈਡੀਸਿਨ ਖਾਂਦੀ ਰਹੀ ਤਾਂ ਉਹਨਾਂ ਨੇ ਬੋਲਿਆ ਕਿ ਤੁਹਾਡਾ ਟ੍ਰੀਟਮੈਂਟ ਚੱਲਣਾ ਵਾ। ਤਾਂ ਅਸੀਂ ਲਗਾਤਾਰ ਟ੍ਰੀਟਮੈਂਟ ਮੈਂ ਕਰਵਾਉਂਦੀ ਰਹੀ ਡਾਕਟਰ ਦੇ ਕੋਲੋਂ। ਤਾਂ ਫਿਰ ਉਹਨਾਂ ਨੇ ਬੋਲਿਆ ਕਿ ਤੁਹਾਨੂੰ ਇੰਜੈਕਸ਼ਨ ਲੱਗਣੇ ਆ। ਫਿਰ ਮੈਂ ਇੰਜੈਕਸ਼ਨ ਵੀ ਲਗਵਾਏ, ਲੇਕਿਨ ਕੋਈ ਵੀ ਮੈਨੂੰ ਰਿਜ਼ਲਟ ਨਹੀਂ ਮਿਲਿਆ। पर जब अंकुर नूला मिनिस्ट्रीज के बारे में पता चला, गवाहियों को सुना, इनका फेथ इतना मजबूत हो गया कि परमेश्वर हमें यहाँ से जरूर आशीषित करके वापस भेजेगा। तो परमेश्वर ने एक ऐसा बदलाव इनकी जिंदगी में दिया और दुगनी आशीष इनकी जिंदगी में रिलीज करी। मेरा विश्वास है जो लोग आज इस गवाही को सुनेंगे और आप विश्वास करेंगे, आप भी आज दुगनी आशीषों को लेके वापस जाएंगे यीशु मसीह के नाम में। तो आइए इस गवाही को हम सुनते हैं। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਮੰਜੂ ਆ। ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਤੇ ਅੱਜ ਮੈਂ ਆਪਣੇ ਜੀਵਨ ਦੀ ਸਭ ਤੋਂ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 2020 ਦੇ ਵਿੱਚ ਮੇਰੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਮੈਂ ਤੇ ਮੇਰੇ ਹਸਬੈਂਡ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਸੀ। ਵਿਆਹ ਤੋਂ ਕੁਝ ਟਾਈਮ ਬਾਅਦ ਜਦੋਂ ਮੈਂ ਅਤੇ ਮੇਰੇ ਹਸਬੈਂਡ ਨੇ ਬੇਬੀ ਪਲਾਨ ਕੀਤਾ, ਮੈਰਿਜ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਪ੍ਰੈਗਨੈਂਟ ਹੋਈ, ਮੈਂ ਤੇ ਮੇਰੇ ਹਸਬੈਂਡ ਬਹੁਤ ਖੁਸ਼ ਸੀ। ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ। ਮੇਰੀ ਪ੍ਰੈਗਨੈਂਸੀ ਦਾ ਪਹਿਲਾ ਮਹੀਨਾ ਵਧੀਆ ਗਿਆ। ਜਦੋਂ ਸੈਕਿੰਡ ਮੰਥ ਲੱਗਾ ਤਾਂ ਮੈਂ ਇੱਕ ਦਿਨ ਇੱਦਾਂ ਹੀ ਸੁੱਤੀ ਪਈ ਸੀ। ਫਿਰ ਮੈਨੂੰ ਡ੍ਰੀਮ ਆਇਆ। ਡ੍ਰੀਮ ਦੇ ਵਿੱਚ ਮੈਨੂੰ ਬਲੱਡ ਦਿਖਾਈ ਦਿੱਤਾ ਤਾਂ ਮੈਂ ਸਵੇਰ ਉੱਠ ਕੇ ਦੇਖਿਆ ਤਾਂ ਸੱਚਮੁੱਚ ਮੈਨੂੰ ਬਲੀਡਿੰਗ ਹੋਈ ਸੀ। ਫਿਰ ਅਸੀਂ ਡਾਕਟਰ ਦੇ ਕੋਲ ਗਏ ਤਾਂ ਉਹਨਾਂ ਨੇ ਆਖਿਆ ਕਿ ਤੁਹਾਡਾ ਮਿਸਕੈਰੇਜ ਹੋ ਗਿਆ ਹੈ। ਤਾਂ ਫਿਰ ਅਸੀਂ ਡਾਕਟਰ ਕੋਲੋਂ ਮਿਸਕੈਰੇਜ ਦਾ ਕਾਰਨ ਪੁੱਛਿਆ। ਉਹਨਾਂ ਨੇ ਆਖਿਆ ਕਿ ਤੁਹਾਡੇ ਯੂਟਰਸ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਆ। ਜਦੋਂ ਮੇਰਾ ਮਿਸਕੈਰੇਜ ਹੋ ਗਿਆ ਤਾਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ। ਘਰ ਦੇ ਵਿੱਚ ਵੀ ਬਹੁਤ ਸਾਰੇ ਦੁਖੀ ਸਨ, ਕਿਉਂਕਿ ਮੇਰੀ ਮੈਰਿਜ ਤੋਂ ਬਾਅਦ ਪਹਿਲੀ ਮੇਰੀ ਪ੍ਰੈਗਨੈਂਸੀ ਸੀ ਤਾਂ ਉਹ ਵੀ ਖਰਾਬ ਹੋ ਗਈ ਸੀ। ਫਿਰ ਕੁਝ ਟਾਈਮ ਪਾ ਕੇ ਮੈਂ ਅਤੇ ਮੇਰੇ ਹਸਬੈਂਡ ਨੇ ਜਦੋਂ ਦੁਬਾਰਾ ਬੇਬੀ ਪਲਾਨ ਕੀਤਾ ਅਤੇ ਮੈਂ ਦੂਜੀ ਵਾਰ ਪ੍ਰੈਗਨੈਂਟ ਹੋਈ ਤਾਂ ਮੈਂ ਬਹੁਤ ਖੁਸ਼ ਸੀ ਅਤੇ ਮੇਰਾ ਹਸਬੈਂਡ ਵੀ ਬਹੁਤ ਖੁਸ਼ ਸੀ। ਮੈਂ ਸੋਚਿਆ ਕਿ ਚਲੋ ਪਹਿਲਾਂ ਮੇਰਾ ਮਿਸਕੈਰੇਜ ਹੋ ਗਿਆ ਤਾਂ ਮੈਂ ਦੂਜੀ ਵਾਰ ਪੂਰਾ ਧਿਆਨ ਰੱਖਾਂਗੀ ਆਪਣਾ। ਤਾਂ ਮੈਂ ਬਹੁਤ ਖੁਸ਼ ਸੀ। ਮੇਰਾ 1 ਮਹੀਨੇ ਤੱਕ ਪ੍ਰੈਗਨੈਂਸੀ ਵਧੀਆ ਚੱਲ ਰਹੀ ਸੀ। ਜਦੋਂ ਪ੍ਰੈਗਨੈਂਸੀ ਦਾ ਦੂਜਾ ਮਹੀਨਾ ਚੱਲਿਆ ਤਾਂ ਸੇਮ ਮੈਨੂੰ ਇੱਕ ਦਿਨ ਸੁਪਨਾ ਆਇਆ ਤਾਂ ਸੁਪਨੇ ਦੇ ਵਿੱਚ ਮੈਨੂੰ ਬਲੱਡ ਦਿਖਾਈ ਦਿੱਤਾ। ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਮੈਨੂੰ ਬਲੀਡਿੰਗ ਹੋ ਗਈ। ਫਿਰ ਜਦੋਂ ਅਸੀਂ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਨੇ ਮੇਰਾ ਚੈੱਕਅਪ ਕਰਕੇ ਦੱਸਿਆ ਤੁਹਾਡਾ ਮਿਸਕੈਰੇਜ ਹੋ ਗਿਆ ਹੈ। ਫਿਰ ਜਦੋਂ ਦੂਜੀ ਵਾਰ ਮੇਰਾ ਮਿਸਕੈਰੇਜ ਹੋ ਗਿਆ ਤਾਂ ਮੈਂ ਬਹੁਤ ਦੁਖੀ ਹੋਈ। ਘਰ ਦੇ ਵਿੱਚ ਬਹੁਤ ਦੁੱਖ ਦਾ ਮਾਹੌਲ ਸੀ, ਬਹੁਤ ਟੈਨਸ਼ਨ ਸੀ। ਮੈਨੂੰ ਹੁੰਦਾ ਸੀ ਕਿ ਪਤਾ ਨਹੀਂ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਵਾ, ਕਿ ਕੀ ਹੋ ਰਿਹਾ ਮੇਰੇ ਨਾਲ, ਕਿ ਪਤਾ ਨਹੀਂ ਮੈਂ ਕਦੀ ਮਾਂ ਬਣ ਸਕਾਂਗੀ ਜਾਂ ਨਹੀਂ ਬਣ ਸਕਾਂਗੀ। ਫਿਰ ਬਹੁਤ ਟੈਨਸ਼ਨ ਸੀ, ਮਤਲਬ ਮੈਨੂੰ ਕਿਸੇ ਨੂੰ ਬੁਲਾਉਣ ਨੂੰ ਦਿਲ ਨਹੀਂ ਕਰਦਾ ਸੀ ਮੇਰਾ। ਜਦੋਂ ਹਸਬੈਂਡ ਮੇਰੇ ਕੰਮ ਤੇ ਚੱਲ ਜਾਂਦੇ ਉਸ ਟਾਈਮ ਮੈਨੂੰ ਬਹੁਤ ਇਕੱਲਾ ਫੀਲ ਹੁੰਦਾ ਸੀ। ਜਦੋਂ ਮੇਰੇ ਹਸਬੈਂਡ ਕੰਮ ਤੇ ਚੱਲ ਜਾਂਦੇ ਸੀ ਤਾਂ ਮੈਂ ਘਰ ਇਕੱਲੀ ਰਹਿੰਦੀ ਸੀ ਤੇ ਮੈਂ ਰੋਂਦੀ ਸੀ। ਮੇਰਾ ਟਾਈਮ ਸਪੈਂਡ ਨਹੀਂ ਹੁੰਦਾ ਸੀ ਇਕੱਲੀ ਦਾ। ਮੈਨੂੰ ਹੁੰਦਾ ਸੀ ਕਿ ਮੇਰੇ ਕੋਲ ਵੀ ਬੇਬੀ ਹੋਵੇ ਤੇ ਚਲੋ ਮੈਂ ਵੀ ਉਹਦੇ ਨਾਲ ਖੇਡਾਂ। ਉਹਦੇ ਨਾਲ ਮੇਰੇ ਕੋਈ ਬ੍ਰਦਰ ਸਿਸਟਰ ਸੀ, ਉਹਨਾਂ ਦੀ ਮੇਰੇ ਤੋਂ ਬਾਅਦ ਮੈਰਿਜ ਹੋਈ ਸੀ, ਉਹਨਾਂ ਦੇ ਬੱਚੇ ਹੋ ਗਏ ਸੀ, ਲੇਕਿਨ ਮੇਰਾ ਨਹੀਂ ਹੋਇਆ ਸੀ। ਤਾਂ ਮੈਨੂੰ ਹੁੰਦਾ ਸੀ ਕਿ ਉਹਨਾਂ ਦੀ ਮੇਰੇ ਤੋਂ ਬਾਅਦ ਹੋਈ ਆ, ਫਿਰ ਵੀ ਉਹਨਾਂ ਦੇ ਬੱਚੇ ਹੋ ਗਏ ਤੇ ਮੈਂ ਹਜੇ ਵੀ ਇਦਾਂ ਹੀ ਆ। ਜਦੋਂ ਮੇਰਾ ਬੇਬੀ ਨਹੀਂ ਹੋ ਰਿਹਾ ਸੀ ਤਾਂ ਫਿਰ ਮੇਰੇ ਹਸਬੈਂਡ ਨੇ ਤੇ ਮੈਂ ਸਲਾਹ ਕੀਤੀ ਕਿ ਚਲੋ ਅਸੀਂ ਫਿਰ ਤੋਂ ਇੱਕ ਵਾਰ ਡਾਕਟਰ ਨੂੰ ਦਿਖਾ ਕੇ ਦੇਖ ਲੈਂਦੇ ਆ। ਫਿਰ ਅਸੀਂ ਡਾਕਟਰ ਦੇ ਕੋਲ ਗਏ। ਉਹਨਾਂ ਨੇ ਟੈਸਟ ਵਗੈਰਾ ਕੀਤੇ
ਸਾਰੇ ਤਾਂ ਉਹਨਾਂ ਨੇ ਬੋਲਿਆ ਕਿ ਤੁਹਾਡੇ ਯੂਟਰਸ ਦੇ ਵਿੱਚ ਬਹੁਤ ਇਨਫੈਕਸ਼ਨ ਆ, ਉਸ ਕਰਕੇ ਤੁਹਾਨੂੰ ਬੇਬੀ ਨਹੀਂ ਹੋ ਰਿਹਾ। ਡਾਕਟਰ ਨੇ ਮੈਨੂੰ ਲਗਾਤਾਰ ਮੈਡੀਸਿਨ ਖਾਣ ਲਈ ਬੋਲਿਆ। ਮੈਂ ਲਗਾਤਾਰ ਮੈਡੀਸਿਨ ਖਾਂਦੀ ਰਹੀ ਤਾਂ ਉਹਨਾਂ ਨੇ ਬੋਲਿਆ ਕਿ ਤੁਹਾਡਾ ਟ੍ਰੀਟਮੈਂਟ ਚੱਲਣਾ ਵਾ। ਤਾਂ ਅਸੀਂ ਲਗਾਤਾਰ ਟ੍ਰੀਟਮੈਂਟ ਮੈਂ ਕਰਵਾਉਂਦੀ ਰਹੀ ਡਾਕਟਰ ਦੇ ਕੋਲੋਂ। ਤਾਂ ਫਿਰ ਉਹਨਾਂ ਨੇ ਬੋਲਿਆ ਕਿ ਤੁਹਾਨੂੰ ਇੰਜੈਕਸ਼ਨ ਲੱਗਣੇ ਆ। ਫਿਰ ਮੈਂ ਇੰਜੈਕਸ਼ਨ ਵੀ ਲਗਵਾਏ, ਲੇਕਿਨ ਕੋਈ ਵੀ ਮੈਨੂੰ ਰਿਜ਼ਲਟ ਨਹੀਂ ਮਿਲਿਆ। ਫਿਰ ਇੱਕ ਦਿਨ ਇਦਾਂ ਹੀ ਮੈਂ ਫੋਨ ਦੇ ਉੱਪਰ YouTube ਚਲਾ ਰਹੀ ਸੀ ਤਾਂ ਉੱਪਰ ਖਾਂਬੜਾ ਚਰਚ ਦੀ ਮੀਟਿੰਗ ਆਈ। ਦੇਖਿਆ ਕਿ ਉਸ ਮੀਟਿੰਗ ਦੇ ਵਿੱਚ ਲੋਕ ਆਪਣੀ ਗਵਾਹੀਆਂ ਦੇ ਰਹੇ ਸਨ ਕਿ ਜਿਨ੍ਹਾਂ ਦੇ ਕੋਲ ਬੇਬੀ ਨਹੀਂ ਆ 10-10 20-20 ਸਾਲਾਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਬੇਬੀ ਦੀ ਆਸ਼ੀਸ਼ ਦਿੱਤੀ ਸੀ। ਉਸ ਮੀਟਿੰਗ ਨੂੰ ਦੇਖ ਕੇ ਮੇਰਾ ਵਿਸ਼ਵਾਸ ਬਣਿਆ ਕਿ ਇਸ ਚਰਚ ਦੇ ਵਿੱਚ ਪਰਮੇਸ਼ਰ ਕਿੰਨੇ ਵੱਡੇ ਕੰਮ ਕਰਦਾ ਹੈ। ਫਿਰ ਇਸ ਤਰ੍ਹਾਂ ਮੈਂ ਖਾਂਬੜਾ ਚਰਚ ਦੇ ਨਾਲ ਲਗਾਤਾਰ ਜੁੜ ਗਈ ਤੇ ਮੀਟਿੰਗ ਨੂੰ ਅਟੈਂਡ ਕਰਨਾ ਸ਼ੁਰੂ ਕਰ ਦਿੱਤਾ। ਪਰਮੇਸ਼ਰ ਦੇ ਉੱਤੇ ਮੇਰਾ ਵਿਸ਼ਵਾਸ ਹੋਰ ਬਣਦਾ ਗਿਆ। ਫਿਰ ਲਗਾਤਾਰ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਜੁੜੀ ਰਹੀ ਤਾਂ ਮੈਂ ਜਿਹੜੀ 8 ਤੋਂ 9 ਰਾਤ ਨੂੰ ਪ੍ਰੇਅਰ ਮਾਊਂਟਨ ਦੀ ਪ੍ਰੇਅਰ ਹੁੰਦੀ ਹੈ ਤਾਂ ਮੈਂ ਉਸ ਪ੍ਰੇਅਰ ਨੂੰ ਅਟੈਂਡ ਕਰਦੀ ਰਹੀ। ਜਦੋਂ ਵੀ ਪਰਮੇਸ਼ਰ ਦੇ ਦਾਸ ਪ੍ਰਾਰਥਨਾਵਾਂ ਨੂੰ ਕਰਦੇ ਸੀ ਉਹਨਾਂ ਨੂੰ ਮੈਂ ਆਪਣੇ ਦਿਲ ਲਈ ਰਿਸੀਵ ਕਰਦੀ ਸੀ। ਜਦੋਂ ਵੀ ਉਹ ਬੇਬੀ ਦੇ ਲਈ ਪ੍ਰਾਰਥਨਾ ਨੂੰ ਬੋਲਦੇ ਸੀ ਤਾਂ ਉਸ ਪ੍ਰਾਰਥਨਾ ਨੂੰ ਮੈਂ ਆਪਣੇ ਲਈ ਰਿਸੀਵ ਕਰਦੀ ਸੀ। ਫਿਰ 9 ਅਕਤੂਬਰ 2022 ਨੂੰ ਮੈਂ ਖਾਂਬੜਾ ਚਰਚ ਦੀ ਮੀਟਿੰਗ ਨੂੰ ਅਟੈਂਡ ਕਰ ਰਹੀ ਸੀ ਤਾਂ ਉਸ ਵਿੱਚ ਪਰਮੇਸ਼ਰ ਦੇ ਦਾਸ ਨੇ ਬੋਲਿਆ ਸੀ ਕਿ ਜਿਨ੍ਹਾਂ ਭੈਣਾਂ ਦੇ ਕੋਲ ਬੇਬੀ ਨਹੀਂ ਆ ਉਹ 21 ਦਿਨ ਦੀ ਫਾਸਟਿੰਗ ਕਰਨ। इन 40 फास्टिंग के दौरान ही 21 फास्टिंग रखना। बहने आनंदित रहना। बेबी के लिए एडवांस में खुदावंद को थैंक्स बोलना। थैंक यू गॉड, तूने मेरी सुनी, मुझे बेबी दिया। एडवांस में थैंक्स बोलते रहना उसको 21 दिन। फास्टिंग करना, प्रेयर में जाना, आनंदित रहना, दुखी मत रहना, रोना मत, जस्ट आनंदित रहना कि मैं ग्रेस को हासिल करके आई हूँ। खुदावंद तूने मुझे बेबी दे दिया, मैं तेरा थैंक्स करती हूँ, मैं तेरा थैंक्स करती हूँ। ये बोलते रहना लगातार, रोज प्रार्थना में एडवांस में बोलते रहना खुदावंद तूने मुझे बेबी दे दिया, मैं तेरा थैंक्स करती हूँ, मैं तेरा थैंक्स करती हूँ, मैं तेरा थैंक्स करती हूँ। ਉਸ ਪ੍ਰੇਅਰ ਨੂੰ ਮੈਂ ਵਿਸ਼ਵਾਸ ਦੇ ਨਾਲ ਆਪਣੇ ਲਈ ਪ੍ਰਭੂ ਦੇ ਦਾਸ ਦੁਆਰਾ ਫੋਲੋ ਕੀਤਾ। ਫਿਰ ਮੈਂ 21 ਦਿਨ ਦੀ ਫਾਸਟਿੰਗ ਕੀਤੀ। ਮੇਰੇ 21 ਦਿਨ ਕੰਪਲੀਟ ਹੋਣ ਤੋਂ ਪਹਿਲਾਂ ਹੀ ਜਦੋਂ ਮੇਰਾ 67ਵਾਂ ਫਾਸਟ ਚੱਲਣ ਦਿਆ ਸੀ ਤਾਂ ਮੈਂ ਪ੍ਰੈਗਨੈਂਸੀ ਟੈਸਟ ਕੀਤੀ ਤਾਂ ਮੇਰਾ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਸੀ। ਪ੍ਰਭੂ ਦੇ ਉੱਤੇ ਪੂਰਾ ਵਿਸ਼ਵਾਸ ਸੀ ਕਿ ਪ੍ਰਭੂ ਨੇ ਮੈਨੂੰ ਬਲੈਸ ਕੀਤਾ। ਫਿਰ ਪੂਰੇ 9 ਮਹੀਨੇ ਪ੍ਰਭੂ ਨੇ ਮੈਨੂੰ ਅਤੇ ਮੇਰੇ ਬੱਚੇ ਨੂੰ ਸੰਭਾਲ ਕੇ ਰੱਖਿਆ ਅਤੇ ਮੈਨੂੰ ਸੁਪਨੇ ਦੇ ਵਿੱਚ ਕੋਈ ਬਲੱਡ ਦਿਖਾਈ ਨਹੀਂ ਦਿੱਤਾ। ਫਿਰ 31 ਮਈ 2023 ਨੂੰ ਪ੍ਰਭੂ ਨੇ ਮੈਨੂੰ ਇੱਕ ਸੁੰਦਰ ਬੇਟੇ ਦੇ ਨਾਲ ਬਲੈਸ ਕੀਤਾ। ਫਿਰ ਜਦੋਂ ਪਹਿਲੀ ਵਾਰ ਮੈਂ ਆਪਣੇ ਬੇਟੇ ਨੂੰ ਗੋਦ ਵਿੱਚ ਲਿਆ ਤਾਂ ਮੈਂ ਬਹੁਤ ਖੁਸ਼ ਸੀ ਤਾਂ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕੀਤਾ ਕਿ ਪਰਮੇਸ਼ਰ ਨੇ ਮੈਨੂੰ ਇੱਕ ਸੁੰਦਰ ਬੇਟੇ ਦੇ ਨਾਲ ਬਲੈਸ ਕੀਤਾ ਹੈ। ਹੁਣ ਅਸੀਂ ਆਪਣੇ ਬੇਬੀ ਦੇ ਨਾਲ ਬਹੁਤ ਖੁਸ਼ ਹਾਂ ਅਤੇ ਅਸੀਂ ਆਪਣੇ ਬੇਬੀ ਦੇ ਨਾਲ ਘੁੰਮਣ ਜਾਂਦੇ ਹਾਂ ਅਤੇ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਆ। ਮੇਰੇ ਹਸਬੈਂਡ ਵੀ ਬਹੁਤ ਖੁਸ਼ ਆ। ਜਿਨ੍ਹਾਂ ਭੈਣਾਂ ਕੋਲ ਬੇਬੀ ਨਹੀਂ ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਕਿ ਜੇ ਉਹਨੇ ਮੈਨੂੰ ਦਿੱਤਾ ਤੇ ਤੁਹਾਨੂੰ ਵੀ ਦੇਵੇਗਾ। ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਬੱਚੇ ਯਹੋਵਾ ਵੱਲੋਂ ਮਿਰਾਸ ਔਰ ਗਰਭ ਦਾ ਫਲ ਇੱਕ ਅਸੀਸ ਹੈ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਨੇ ਜਿਸ ਤਰ੍ਹਾਂ ਮੈਨੂੰ ਬੇਬੀ ਦੇ ਨਾਲ ਬਲੈਸ ਕੀਤਾ ਹੈ ਤੁਹਾਨੂੰ ਵੀ ਜ਼ਰੂਰ ਬਲੈਸ ਕਰੇਗਾ। ਵੱਡੀ ਆਸ਼ੀਸ਼ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਅਤੇ ਪ੍ਰਭੂ ਦੇ ਦਾਸ ਦਾਸੀ ਦਾ ਧੰਨਵਾਦ ਕਰਦੀ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ। तारीफ करें सबसे जोर से तालियों के साथ। वो जीवित परमेश्वर प्रभु यीशु मसीह के नाम को महिमा दे। अपनी जगहों के ऊपर खड़े हो जाए सब भाई सब बहनें, जितने भी जन इस जगह के ऊपर मौजूद हैं, जितने भी जन ऑनलाइन और ब्रांचेस के साथ जुड़े हुए, अपने दोनों हाथों को स्वर कर उठाएं, अपने आप को परमेश्वर के आगे समर्पित करें कि परमेश्वर हमेशा मैं तेरा नाम लेता रहूंगा परमेश्वर, और मैं कभी भी खुदाबंद लोगों के सामने खुदाबंद तेरी महिमा करने और तेरा नाम लेने में कभी शर्माऊंगा नहीं। मैं हमेशा खुदाबंद वफादारी के साथ तेरे संग जुड़ा रहूंगा।